ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਤੁਮਰੀ ਮਹਿਮਾ ਅਪਰ ਅਪਾਰਾ ਜਾਂ ਕੋ ਲੇਹੋ ਨ ਕਿਨਹੁ ਪਾਰਾ देव देव राजन के राजा दीन दयाल गरीब निवाजा मूक उच्चरै शास्त्र खट पिंग गिरन चढ़ जाए अंध लखो बदरो सुनै जो काल कृपा कराए कहाँ बुध प्रभ तुच्छ हमारी बरन सके महिमा जू तिहारी हम न सकत कर सिफत तुम्हारी आप लेहो तुम कथा सुधारी संत जना की जात हर स्वामी तुम ठाकुर हम सांगी जैसी मत देवो हर स्वामी हम तैसे बुलग बुलांगी। जागती ज्योत हाजरा हजूर जारा जहूर कल युग दे बोहित नाम दे जहाज हलत पलत दे रख्यक लोग परलोक दे सहायक हाजर नाजर ਸਾਹਿਬ श्री गुरु ग्रंथ साहब जी की पावन पवित्र गोद दे विच बैठ के गुरु घर दे कीर्तनियां दे कोलों हरी जस कीर्तन दा रस मान रही गुरु प्यारी गुरु सवारी साध संगत जी बाणी दी विचार दे नाल इतिहास दे नाल आपां जुड़िए। उस तो पहला पुरख भगवंत मर्द गमड़े संत सिपाही युग परिवर्तक महान तपस्वी महान जोधे महान कवि महान क्रांतिकारी दुष्ट दमन धर्म रक्षक सरबंस दानी लासानी आगू साहिबे कमाल साहिब श्री गुरु गोबिंद सिंह कलगीधर सच्चे पातशाह दे कोलों बख्शिश दे विच मिली हुई फतेह सारे ही प्यार सत्कार निमरता दे नाल गज वज के बुलंद करो। वाहिगुरु जी का खालसा वाहिगुरु जी की फतेह। सत्संगी जनों, सोढ़ी सुल्तान सच्चे पातशाह दियां जैत श्री राग दे अंदर उच्चारण कीतियां हुई दो पंक्तियां दास दे दृष्टि गोचरे आईयां। उन्हां दे विचों एक बचन नूं मुख रख के अज दी विचार दी सांझ आपां आपस दे विच पाणी है। सोढ़ी सुल्तान सच्चे पातशाह दे बचन मेरा हीर है रतन नाम हर बसिया गुर हाथ तरियो मेरे माथा जन्म जन्म के किल बिक दुख उतरे गुर नाम दियो रिन लाथा। सोढ़ी सुल्तान सच्चे पातशाह इन्हां बचनां स्पष्ट करते हैं कि जदों तो लैके मेरे गुरु परमात्मा रूप गुरु ने मेरे सिर के उपर मेरा भरिया हथ रखिया, कहते उदों तो लैके मैनू कुछ बरकतां दी
ਪ੍ਰਾਪਤੀ ਹੋ ਗਈ। ਕਿਹੜੀਆਂ ਬਰਕਤਾਂ ਦੀ ਪ੍ਰਾਪਤੀ ਹੋਈ? ਕਹਿੰਦੇ ਪਹਿਲੀ ਬਰਕਤ ਮੈਨੂੰ ਇਹ ਪ੍ਰਾਪਤ ਹੋਈ ਕਿ ਜੋ ਪਰਮਾਤਮਾ ਦਾ ਨਾਮ ਰਤਨ ਰੂਪੀ ਹੈ, ਹੀਰਾ ਰੂਪੀ ਹੈ, ਕਹਿੰਦੇ ਉਹ ਮੇਰੇ ਹਿਰਦੇ 'ਚ ਵਸ ਗਿਆ। ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਕਹਿੰਦੇ ਦੂਜੀ ਬਰਕਤ ਕੀ ਪ੍ਰਾਪਤ ਹੋਈ? ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ। ਕਹਿੰਦੇ ਜਿਹੜੇ ਜਨਮਾਂ ਜਨਮਾਂ ਦੇ ਪਾਪ ਮੈਨੂੰ ਚਿੰਬੜੇ ਹੋਏ ਸਨ, ਜਨਮਾਂ ਜਨਮਾਂ ਦੇ ਦੁੱਖ ਜਿਹੜੇ ਮੈਨੂੰ ਲੱਗੇ ਹੋਏ ਸਨ, ਕਹਿੰਦੇ ਉਹ ਖਤਮ ਹੋ ਗਏ। ਕਹਿੰਦੇ ਹੋਰ ਬਰਕਤ ਕੀ ਪ੍ਰਾਪਤ ਹੋਈ? ਗੁਰ ਨਾਮ ਦਿਓ ਰਿਨ ਲਾਥਾ। ਕਹਿੰਦੇ ਜਦੋਂ ਮੈਨੂੰ ਗੁਰੂ ਨੇ ਨਾਮ ਬਖਸ਼ਿਆ ਤੇ ਜਿਹੜਾ ਜਨਮ ਜਨਮ ਦਾ ਮੇਰੇ ਸਿਰ ਦੇ ਉੱਪਰ ਕਰਜ਼ਾ ਸੀ, ਰਿਨ ਲਾਥਾ, ਉਹ ਕਰਜ਼ਾ ਵੀ ਉਤਰ ਗਿਆ। ਬਸ ਇਸ ਰਿਨ ਨੂੰ ਮੁੱਖ ਰੱਖ ਕੇ, ਕਰਜ਼ੇ ਨੂੰ ਮੁੱਖ ਰੱਖ ਕੇ ਆਪਾਂ ਵਿਚਾਰ ਦੀ ਸਾਂਝ ਪਾਣੀ ਹੈ ਕਿ ਮੇਰੇ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਕਿਸੇ ਕਰਜ਼ੇ ਦੀ ਗੱਲ ਕਰ ਰਹੇ ਹਨ। ਦਾਸ ਬੇਨਤੀ ਕਰੇ ਕਿ ਜਦੋਂ ਆਪਾਂ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਦੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਪੜ੍ਹੀਏ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜੋ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਦੇ ਪ੍ਰਤੀ ਬਚਨ ਉਚਾਰੇ, ਉਹਨਾਂ ਦਾ ਅਧਿਐਨ ਕਰੀਏ, ਸੋਢੀ ਸੁਲਤਾਨ ਸੱਚੇ ਪਾਤਸ਼ਾਹ ਦੇ ਇਤਿਹਾਸ ਨੂੰ ਵਾਚੀਏ, ਤਾਂ ਕੋਈ ਇਸ ਤਰ੍ਹਾਂ ਦਾ ਜ਼ਿਕਰ ਨਹੀਂ ਆਂਦਾ ਕਿ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਨੇ ਕਿਸੇ ਦੇ ਕੋਲੋਂ ਕੋਈ ਦੁਨਿਆਵੀ ਕਰਜ਼ਾ ਪਕੜਿਆ ਹੋਵੇ। ਇਸ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਆਂਦਾ ਕਿ ਉਹਨਾਂ ਨੇ ਕਿਸੇ ਤੋਂ ਕੋਈ ਪੈਸਾ ਲਿਆ ਹੋਵੇ ਤੇ ਉਹ ਵਾਪਸ ਕਰਨਾ ਹੋਵੇ, ਲੁਟਾਣਾ ਹੋਵੇ। ਭਾਵੇਂ ਮੇਰੀ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਨੇ ਬਚਪਨ ਦੇ ਦਿਨ ਬੜੇ ਗਰੀਬੀ ਦੇ ਵਿੱਚ ਬਤੀਤ ਕੀਤੇ, ਘੁੰਗਣੀਆਂ ਵੇਚ ਕੇ ਵੀ ਗੁਜ਼ਾਰਾ ਕੀਤਾ, ਪਰ ਕੁਝ ਇਤਿਹਾਸ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਉਹਨਾਂ ਨੇ ਦੁਨਿਆਵੀ ਕਰਜ਼ਾ ਪਕੜਿਆ ਹੋਵੇ। ਪਰ ਫਿਰ ਵੀ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਕਿਸੇ ਕਰਜ਼ੇ ਦੀ ਗੱਲ ਕਰਦੇ ਹਨ, ਉਸ ਦਾ ਆਪਾਂ ਥੋੜਾ ਚਿੰਤਨ ਕਰਨਾ ਹੈ। ਦਾਸ ਬੇਨਤੀ ਕਰੇ ਕਿ ਇਸਲਾਮ ਧਰਮ ਦੇ ਅੰਦਰ ਇੱਕ ਨਿਯਮ ਬਣਿਆ ਹੋਇਆ ਹੈ ਕਿ ਜਦੋਂ ਕਿਸੇ ਦੇ ਸਿਰ ਦੇ ਉੱਪਰ ਕਰਜ਼ਾ ਹੋਵੇ ਤਾਂ ਉਹ ਕਦੀ ਵੀ ਹੱਜ ਕਰਨ ਦੇ ਵਾਸਤੇ ਨਹੀਂ ਜਾਂਦਾ, ਕਿਉਂਕਿ ਇਸਲਾਮ ਧਰਮ ਦੇ ਅੰਦਰ ਹਜ਼ਰਤ ਮੁਹੰਮਦ ਸਾਹਿਬ ਨੇ ਇੱਕ ਨਿਯਮ ਬਣਾ ਦਿੱਤਾ ਕਿ ਜੇਕਰ ਕਰਜ਼ਾਈ ਮਨੁੱਖ ਹੱਜ ਕਰਨ ਦੇ ਵਾਸਤੇ ਚਲਾ ਵੀ ਗਿਆ ਤਾਂ ਉਸ ਦਾ ਕੀਤਾ ਹੋਇਆ ਹੱਜ ਦਰਗਾਹੇ ਪ੍ਰਵਾਨ ਨਹੀਂ ਹੋਵੇਗਾ। ਇਹ ਇਸਲਾਮ ਧਰਮ ਦੇ ਅੰਦਰ ਇੱਕ ਨਿਯਮ ਬਣਿਆ ਹੋਇਆ ਹੈ। ਸੋਢੀ ਸੁਲਤਾਨ ਸੱਚੇ ਪਾਤਸ਼ਾਹ ਜਿਸ ਕਰਜ਼ੇ ਦੀ ਗੱਲ ਕਰਦੇ ਹਨ, ਉਸ ਨੂੰ ਥੋੜਾ ਜਿਹਾ ਬਰੀਕ ਬੀਣੀ ਦੇ ਨਾਲ ਦੇਖਣਾ ਪਵੇਗਾ ਕਿ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਨੇ ਜਿਸ ਕਰਜ਼ੇ ਦੀ ਗੱਲ ਕੀਤੀ, ਉਹ ਵੀ ਇਹੀ ਗੱਲ ਕਹਿਣਾ ਚਾਹ ਰਹੇ ਹਨ ਕਿ ਜੋ ਵੀ ਇਨਸਾਨ ਸੰਸਾਰ ਦੇ ਅੰਦਰ ਆਇਆ, ਉਸ ਦੇ ਉੱਪਰ ਆਟੋਮੈਟਿਕ ਕਰਜ਼ਾ ਚੜ ਗਿਆ। ਅਤੇ ਉਹ ਜਿਹੜਾ ਕਰਜ਼ਾ ਚੜਿਆ, ਜਦੋਂ ਧਰਮ ਗ੍ਰੰਥਾਂ ਦਾ ਅਧਿਐਨ ਕਰੀਏ, ਜਦੋਂ ਪੁਰਾਤਨ ਆਪਾਂ ਧਰਮ ਨੂੰ ਵਾਚੀਏ, ਮਹਾਪੁਰਸ਼ਾਂ ਦੇ ਬਚਨਾਂ ਦਾ ਅਧਿਐਨ ਕਰੀਏ, ਤੇ ਹਰ ਇੱਕ ਇਨਸਾਨ ਦੇ ਉੱਪਰ 4 ਪ੍ਰਕਾਰ ਦਾ ਕਰਜ਼ਾ ਮੰਨਿਆ ਹੈ। ਅਤੇ ਤੁਸੀਂ ਭਲੀ ਭਾਂਤ ਜਾਣਦੇ ਹੋ ਕਿ ਕਰਜ਼ਾਈ ਮਨੁੱਖ ਸੁਰਖਰੂ ਨਹੀਂ ਹੁੰਦਾ। ਕਰਜ਼ਾਈ ਮਨੁੱਖ ਜਿਹੜਾ ਹੈ, ਉਸਦੇ ਸਿਰ ਦੇ ਉੱਪਰ ਭਾਰ ਮੰਨਿਆ ਜਾਂਦਾ ਹੈ, ਉਸਨੇ ਕਿਸੇ ਦਾ ਕੁਝ ਦੇਣਾ ਹੁੰਦਾ ਹੈ। ਕਰਜ਼ਾਈ ਮਨੁੱਖ ਕਹਿੰਦਾ ਹੈ ਕਿ ਮੈਂ ਬੋਝ ਦੇ ਥੱਲੇ ਦੱਬਿਆ ਹੋਇਆ ਹਾਂ। ਬਸ ਮੇਰੀ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਵੀ ਕੁਝ ਐਸੀ ਗੱਲ ਸਾਨੂੰ ਸਮਝਾਉਣਾ ਚਾਹੁੰਦੇ ਹਨ ਕਿ ਇਹ ਇਨਸਾਨ, ਇਹ ਜਿਹੜੇ 4 ਕਰਜ਼ੇ ਧਰਮ ਗ੍ਰੰਥਾਂ ਦੇ ਵਿੱਚ ਲਿਖੇ ਹਨ, ਜੇਕਰ ਤੂੰ ਇਹ ਉਤਾਰ ਕੇ ਨਾ ਆਇਆ ਤਾਂ ਰੱਬ ਦੀ ਦਰਗਾਹ ਦੇ ਵਿੱਚ ਤੂੰ ਵੀ ਸੁਰਖਰੂ ਨਹੀਂ ਹੋ ਸਕਦਾ। ਰੱਬ ਦੀ ਦਰਗਾਹ ਦੇ ਵਿੱਚ ਤੈਨੂੰ ਵੀ ਕੋਈ ਜਗ੍ਹਾ ਨਹੀਂ ਮਿਲੇਗੀ। ਉਹ 4 ਕਰਜ਼ੇ ਕਿਹੜੇ ਹਨ? 4 ਕਰਜ਼ੇ ਹਨ। ਪਹਿਲਾ ਹੈ ਪਿਤਰੀ ਰਿਣ, ਦੂਜਾ ਹੈ ਦੇਵ ਰਿਣ, ਤੀਜਾ ਹੈ ਗੁਰੂ ਰਿਣ, ਚੌਥਾ ਹੈ ਬ੍ਰਹਮ ਰਿਣ। ਪਿਤਰੀ ਰਿਣ ਕੇ ਮਾਂ-ਬਾਪ ਦਾ ਕਰਜ਼ਾ, ਦੇਵ ਰਿਣ ਕੇ ਦੇਵਤਿਆਂ ਦਾ ਕਰਜ਼ਾ, ਤੀਜਾ ਗੁਰੂ ਰਿਣ ਕੇ ਗੁਰੂ ਦਾ ਕਰਜ਼ਾ, ਬ੍ਰਹਮ ਰਿਣ ਕੇ ਪ੍ਰਮਾਤਮਾ ਦਾ ਕਰਜ਼ਾ। ਬਸ ਇਹਨਾਂ ਕਰਜ਼ਿਆਂ ਤੇ ਝਾਤ ਮਾਰੀਏ ਕਿ ਇਹ ਕਰਜ਼ੇ ਸਾਡੇ ਸਿਰ ਤੇ ਚੜ ਕਿਵੇਂ ਗਏ ਅਤੇ ਉਤਰਨਗੇ ਕਿਵੇਂ, ਅਤੇ ਅਸੀਂ ਸੁਰਖਰੂ ਕਿਵੇਂ ਹੋਵਾਂਗੇ।
सब तो पहला कर्जा मन्निया है धर्म ने कि पितरी ऋण कि मां बाप का कर्जा। हुण इंसान कहेगा कि मैं मां बाप तो की लिया। एक गल का ख्याल रखना कि जदों घर दे विच मासूम बच्चे का जन्म हुंदा है, परमात्मा ने उसनूं सब कुछ दिता होया है। उसदे कोल अखां हन, उसदे कोल हथ हन, उसदे कोल पैर हन, उसदे कोल कंन हन, उसदे कोल रसना जबान जीभ है। पर एक गल का ध्यान रखना कि उस कोल अखां तां हन, अपने ते पराई की पहचान नहीं कर सकता। उसदे कोल रसना तां है पर वो बोल नहीं सकता। उसदे कोल हथ तां हन पर वो काम नहीं कर सकता। उसदे कोल पैर तां हन पर वो चल नहीं सकता। सत्संगी जनों, मां बाप की करते हैं कि बच्चे नूं अपने कुछड़ चकते हैं। उसके पैरों का काम मां बाप करते हैं। मां बाप उसके मुंह दे विच बुरकियां पाते हैं। मां बाप उसका इशनान करवाते हैं। मां बाप हर काम उसका करते हैं। ये जदों मां बाप बच्चे की सेवा करते हैं तो ये बच्चे के सिर के उपर कर्जा चढ़ रहा है। ते कुदरत के बनाए हुए नियम के मुताबिक हुंदा की है कि आहिस्ता आहिस्ता बच्चा जवान होना शुरू हो जाता है अते जिहड़े मां बाप हन वो बजुर्ग होने शुरू हो जाते हैं। अते जदों मां बाप बजुर्ग हुंदे हन उन्हां दे कोल फिर हथ तां हुंदे हन पर वो काम नहीं कर सकते। उन्हां दे कोल अखां तां हुंदियां हन पर वो वेख नहीं सकते। उन्हां दे कोल कंन तां हुंदे हन, वो सुन नहीं सकते। उन्हां दे कोल पैर तां हुंदे हन, वो चल नहीं सकते। फिर उस वक्त बच्चे का फर्ज बनता है कि मां बाप ने मेरी सेवा की, हुण मैं मां बाप की सेवा करा। इसे करके सत्संगी जनों, दास बेनती करे धन धन बाबा नंद सिंह जी दे कोल जदों कोई नौजवान आया करते सन ना ते बाबा जी उन्होंने पहली गल ये पुछते सन कि घरे तुहाडे मां बाप हन? तां जिहड़े कहंदे सन जी हन मां बाप। फिर बाबा जी दूजी गल ये कहंदे सन कि उन्हां दी तुसीं सेवा करदे हो कि मां बाप खुश हन? जिहड़े बच्चे कहंदे सन जी मां बाप की सेवा करदे हां, बाबा जी उन्हां नूं होर अध्यात्म दा उपदेश दे दिंदे सन। पर जिहड़े बच्चे कहंदे सन जी नहीं मां बाप सेवा करवांदे नहीं, साडी सेवा ते खुश नहीं हन, ते बाबा जी अगला बचन उन्हां नूं इह करदे सन, कहंदे फिर तुसीं मेरे कोल की करन आए हो? कहंदे जिहड़े पहले संत हन घर दे विच, कहंदे जे तुसीं उन्हां नूं प्रसन्न ना कर सके तां फिर तुसीं सानूं किवें खुश कर लवोगे? गुरु साहब ने बाणी च बड़ी सोहणे बचन आख्या, कहंदे गुर पीरां की चाकरी महा करड़ी। कहंदे गुरुआं नूं पीरां फकीरां नूं कहंदे खुश करना, उन्हां दी चाकरी करनी, उन्हां दी सेवा करनी बड़ी औखी गल है। पर कहंदे जिहड़ा कर लवे सुख सार, कहंदे उन्हां नूं जीवन दे विच सुख मिल जाता है। कहण तो भाव कि पहला जिहड़ा सब तो करजा है वो मां बाप दा करजा है। एक गल दा यह भी ध्यान रखना कि जिहड़े करजे हुंदे ना सत्संगी जनों, वो व्याज समेत लुटाने पैंदे हन कि भाव जिन्नी मां बाप ने सेवा की उस तो दुगनी तिगनी चौगनी सेवा करे तां करजा उतरदा है। दाने पुरुषां दा यह गल कहना है कि बच्चा एक रात दा देना मां दा नहीं दे सकदा। हुण इंसान कहेगा जी किवें नहीं दे सकदा? अते उन्होंने आख्या ख्याल करो कि जदों बच्चा छोटा है मां बाप लैके सुत्ते पए हन, कहंदे मां जदों सुत्ती पई है, कहंदे बच्चा पेशाब कर देवे, कहंदे मां पता की करदी है? आप गिले पासे सौ जांदी है, बच्चे नूं सुक्के पासे सुआंदी है। बच्चा दूजा पासा भी गिला कर देवे तो फिर सत्संगी जनों मां भी काम काज की थकी टुटी है, मां आप गिले ते सुत्ती रहिंदी है, बच्चे नूं छाती ते सवांदी है। ते दाने पुरुष कहंदे किवें एक रात दा देना दिता जा सकता है? जिस ढंग दे नाल मां पालदी है, भाई साहब भाई गुरदास जी ने अपने बचना च कहा, जनन जतन कर जुग व जठर राखे, तांते पिंड पूर्ण हवै सुत जन्मत है, बहरों अखाद खात संजम सहत रह, ताही पै पियत अरोगपन पत है, मल मूत्र धार के विचार न विचारे चित, करे प्रतिपाल बाल तो तन गत है। भाई साहब जी कहते जो मां दे गर्भ दे विच मां दे पेट च बच्चा हुंदा है ना, कहते मां किस किस ढंग दे नाल कहते गर्भ दे विच बच्चे दी पालना पोषणा करदी है। कहते जनन जतन कर जुग व जठर रखे, कहते मां नूं एक बड़ा चिंतन है कि मैं कुछ भी कदम पुट लिया ते जिहड़ा गर्भ दे विच बच्चा पल रहा है तां ओह उसकी पालना जिहड़ी करनी है मैं
वो ठीक ढंग नाल नहीं हो सकेगी। भाई साहब जी कहते इत्थे तक नहीं, कहते बाहरों अखाद खात संजम सहित रहे, कहते बाहरों भी वो खाण पीण का ध्यान रखती है कि मैं कुछ गलत पिलत खा भी लिया तो उसका भी असर बच्चे ते चला जाएगा। कहते जो इन्ना ध्यान रखती है ना ਤਾਂ ਕਹਿੰਦੇ ਬੱਚਾ ਮਾਂ ਦੇ ਗਰਭ ਦੇ ਵਿੱਚ ਕਹਿੰਦੇ ਸਹੀ ਢੰਗ ਦੇ ਨਾਲ ਪਲਦਾ ਹੈ ਤੇ ਉਸ ਦਾ ਜਨਮ ਹੁੰਦਾ ਹੈ। ਕਹਿੰਦੇ ਜਦੋਂ ਜਨਮ ਹੋ ਗਿਆ ਕਹਿੰਦੇ ਫਿਰ ਬੱਚਾ ਕੀ ਕਰਦਾ, ਮਾਂ ਕੀ ਕਰਦੀ ਹੈ, ਕਹਿੰਦੇ ਮਲ ਮੂਤਰ ਧਾਰ ਕੇ ਵਿਚਾਰ ਨਾ ਵਿਚਾਰੇ ਚਿੱਤ, ਕਹਿੰਦੇ ਬੱਚਾ ਮਾਂ ਦੇ ਉੱਪਰ ਗੰਦਗੀ ਵੀ ਕਰਦਾ, ਮਾਂ ਦੇ ਉੱਪਰ ਪਿਸ਼ਾਬ ਵੀ ਕਰਦਾ, ਮਾਂ ਨੂੰ ਲੱਤਾਂ ਵੀ ਮਾਰਦਾ। ਕਹਿੰਦੇ ਮਾਂ ਰੰਚਕ ਮਾਤਰ ਵੀ ਆਪਣੇ ਮਨ ਦੇ ਵਿੱਚ ਇਹ ਨਹੀਂ ਆਣ ਦਿੰਦੀ ਕਿ ਇਹ ਮੇਰੇ ਲੱਤਾਂ ਮਾਰਦਾ ਹੈ, ਇਹ ਮੇਰੇ ਉੱਪਰ ਗੰਦਗੀ ਕਰਦਾ ਹੈ। ਕਹਿੰਦੇ ਬੱਚਾ ਜੋ ਕੁਝ ਵੀ ਕਰਦਾ ਕਹਿੰਦੇ ਉਹ ਵੀ ਮਾਂ ਨੂੰ ਚੰਗਾ ਲੱਗਦਾ ਹੈ। इस करके दाने पुरुष कहते बच्चा किवें मां बाप दा देना दे सकदा। सत्संगी जनो दास बेनती करे, भाई साहब भाई गुरदास जी ने एक होर बड़ा सोहना शब्द किया, उन्होंने उत्थे भी मां बाप की सेवा नूं मुख रखिया। वो कहते मां प्यो पर हर सुने वेद, भेद ना जाने कथा कहानी, मां प्यो पर हर करे तप, वन खंड भूला फिरे बबाणी, मां प्यो पर हर करे पूजा, देवी देवना सेव कमाणी, मां प्यो पर हर नावना, 68 तीरथ घूमन वाणी, मां प्यो पर हर करे दान, बेईमान अज्ञान प्राणी, मां प्यो पर हर नावना, कहते जम जम मरे भरम भुलाणी, गुर परमेश्वर सार न जानी। भाई साहब जी ने इन्हां बचनां च कहा, कहते मां बाप ने जो बचन कीते, मां बाप ने जो किया कहते ओदे वल तां ध्यान ना दिता। कहते मां प्यो पर हर सुने वेद, कहते वेदां दे महावेद साहिब श्री गुरु ग्रंथ साहिब जी कहते तुसीं धर्म ग्रंथां दा अध्ययन करदे फिरदे हो। कहते जो मां बाप ने किया कहते ओदे वल तां कदी ध्यान नहीं दिता। कहते जे ध्यान ना दिता ते कहते एक गल जान लियो कि जो धर्म ग्रंथ उपदेश दिंदे हन, पंक्ति नूं दोबारा सुन लैण, कहते मां प्यो पर हर, कहते मां बाप दा वल ध्यान नहीं दिता, कहते मां प्यो पर हर सुने वेद, भेद ना जाने कथा कहानी। कहते जो उन्हां दे विच भेद है, रहस्यमयी गल है, कहते उसनूं तां इसने जानिया नहीं है। कहते मां बाप नूं तां कदी पूजा नहीं कीती, उन्हां दा नूं तां कदी मत्था नहीं टेकिया, ते कहते ये होर जाके पूजा करदा फिरदा। मां प्यो पर हर करे पूजा, देवी देवना सेव कमाणी, कहते जेड़ी देवी देवतियां दी तुसी सेवा करदे फिरदे हो ना, कहते वो किसे भी थाए नहीं पवेगी। मां प्यो पर हर करे तप, वन खंड भूला फिरे बबाणी, कहते मां बाप दियां तां जरूरतां नहीं पूरियां कीतियां, कहते जंगलां दे विच जाके कहते अमृत वेले उठ के ये तप करदा फिरदा। कहते इसदी हालत पता किस तरह दी है, कहते जिस तरह जंगल दे विच मिर्ग कहते हिरण कस्तूरी दी तलाश करदा। मैं आप जी दी ज्ञात वास्ते बेनती करा, कस्तूरी उस मिर्ग दी हिरण दी अपनी नाभि दे विच हुंदी है। जदों हवा चलदी है उसनूं खुशबू आंदी है, वो खुशबू जदों आंदी है वो सोचदा किते बाहर है, उसनूं तलाश करदा करदा भज्जिया फिरदा। भाई साहब जी कहंदे असल दे विच तां कहंदे मां बाप घर दे विच सन, कहंदे तू होर जगह ते भटकदा फिरदा। भाई साहब जी अगले बचन कहंदे मां प्यो पर हर नावना, कहंदे तू 68 तीर्थां ते इशनान करदा फिरदा। कहंदे कदी मां बाप दा तां इशनान नहीं कराया, भाव उन्हां दी जरूरतां तां कदी पूरीआं नहीं कीतियां। कहंदे तेरी हालत इस तरह दी है, कहंदे घूमण वाणी, कहंदे जिस तरह के कहंदे एक टिंड हुंदी है, खूह दे विच जांदी है, पानी लैके आंदी है, फिर वो खाली दी खाली रह जांदी है। भाई साहब जी ने एक बचन कह के अखीर च पता की कहा, कहंदे मां प्यो पर हर करे दा, कहंदे मां बाप दी तां जरूरतां नहीं पूरीआं कीतियां, कहंदे धर्म अस्थानां ते दान करदे फिरदे हो, ते कहंदे मां प्यो पर हर करे दान। अते पता भाई साहब जी ने लफ्ज की वरत्या, कहंदे बेईमान अज्ञान प्राणी, कहंदे एहो जी इंसान तां बड़े वड्डे वड्डे बेईमान हन, गुर परमेश्वर सार ना जानी। कहंदे जिहने मां बाप दी सार ना लई, कहंदे एक गल दा ध्यान रखियो, कहंदे गुरु दी ते परमात्मा दी सार ओ किवें लै सकदे हन। मेरे कलगीधर सच्चे पातशाह दा दीवान सज्जिया होया सी आनंदपुर साहिब विखे, कहंदे दोपहर दा टाइम हो गया, कलगीधर सच्चे पातशाह ने आसन ते प्रकाशमान सन। कलगीधर सच्चे पातशाह ने आवाज लगाई कि मैनू प्यास लगी है, कोई पानी लेके आवो। कहंदे संगत विचों एक नौजवान बच्चा उठिया, उसके कपड़ियां तो उसके आभूषणां तो उहदी रहनी सहनी तो पता चलदा सी कि किसी अमीर घर दा बच्चा है। वो लंगर तक गया,
ਉੱਥੋਂ ਉਸਨੇ ਬਰਤਨ ਲਿਆ, ਉਸਨੂੰ ਸਾਫ਼ ਕੀਤਾ, ਸਵੱਛ ਤੇ ਨਿਰਮਲ ਜਲ ਦਾ ਭਰ ਕੇ ਲਿਆ ਕੇ ਕਲਗੀਧਰ ਸੱਚੇ ਪਾਤਸ਼ਾਹ ਦੇ ਕੋਲ ਪੇਸ਼ ਕਰ ਦਿੱਤਾ। ਜਦੋਂ ਕਲਗੀਧਰ ਸੱਚੇ ਪਾਤਸ਼ਾਹ ਜਲ ਦਾ ਕਟੋਰਾ ਪਕੜਨ ਲੱਗੇ, ਕਲਗੀਧਰ ਸੱਚੇ ਪਾਤਸ਼ਾਹ ਨੇ ਉਸ ਨੌਜਵਾਨ ਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਦੇਖਿਆ ਅਤੇ ਕਲਗੀਧਰ ਸੱਚੇ ਪਾਤਸ਼ਾਹ ਨੇ ਪੁੱਛ ਲਿਆ ਕਿ ਬੇਟਾ, ਕਿ ਜਿਹੜੇ ਹੱਥਾਂ ਨਾਲ ਤੂੰ ਮੈਨੂੰ ਪਾਣੀ ਪਿਲਾਉਣ ਲੱਗਾ ਹੈ, ਕਦੀ ਕਦੀ ਸੰਗਤ ਦੀ ਸੇਵਾ ਕੀਤੀ? ਕਿ ਇਹਨਾਂ ਹੱਥਾਂ ਨਾਲ ਕਦੀ ਸੰਗਤ ਦੀ ਸੇਵਾ ਕੀਤੀ? ਉਹ ਬੱਚਾ ਕਹਿੰਦਾ, ਸੱਚੇ ਪਾਤਸ਼ਾਹ ਕਦੀ ਵੀ ਸੰਗਤ ਦੀ ਸੇਵਾ ਨਹੀਂ ਕੀਤੀ। ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਕਿ ਜਿਹੜੇ ਹੱਥਾਂ ਨਾਲ ਮੈਨੂੰ ਪਾਣੀ ਪਿਲਾਉਣ ਲੱਗਾ ਹੈ, ਕਹਿੰਦੇ ਕਦੀ ਤੱਪੜ ਝਾੜੇ, ਦਰੀਆਂ ਵਿਛਾਈਆਂ, ਕਦੀ ਹੋਰ ਕੋਈ ਸੇਵਾ ਕੀਤੀ? ਕਹਿੰਦਾ ਸੱਚੇ ਪਾਤਸ਼ਾਹ ਕਦੀ ਨਹੀਂ ਕੀਤੀ। ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਬੇਟਾ ਇੱਕ ਗੱਲ ਦੱਸ ਦੇ ਕਿ ਜਿਹੜੇ ਹੱਥਾਂ ਨਾਲ ਮੈਨੂੰ ਪਾਣੀ ਪਿਲਾਉਣ ਲੱਗਾ, ਕਦੀ ਮਾਂ-ਬਾਪ ਨੂੰ ਪਾਣੀ ਪਿਲਾਇਆ? ਹੁਣ ਨੌਜਵਾਨ ਬੱਚਾ ਸੀ, ਸਤਸੰਗੀ ਜਨੋਂ, ਅਮੀਰ ਕਰਦਾ ਸੀ। ਤੇ ਮੈਂ ਆਪ ਜੀ ਨੂੰ ਇੱਕ ਬੇਨਤੀ ਕਰ ਦੇਵਾਂ, ਗੁਰੂ ਪਾਤਸ਼ਾਹ ਬਾਣੀ ਦੇ ਵਿੱਚ ਕਹਿੰਦੇ ਜਵਾਨੀ ਹੋਵੇ ਅਤੇ ਕਹਿੰਦੇ ਦੂਜਾ ਕਹਿੰਦੇ ਧਨ ਆ ਜਾਏ ਇਨਸਾਨ ਦੇ ਕੋਲ। ਤੇ ਕਹਿੰਦੇ ਇਹਦੀ ਹਾਲਤ ਪਤਾ ਕਿਸ ਤਰ੍ਹਾਂ ਦੀ ਹੈ? ਕਹਿੰਦੇ ਜੋਬਨ ਧਨ ਪ੍ਰਭਤਾ ਕੇ ਮਦ ਮੇ, ਕਹਿੰਦੇ ਐਨਸ ਰਹੇ ਦੀਵਾਨਾ। ਕਹਿੰਦੇ ਜਵਾਨੀ ਹੋਵੇ, ਫਿਰ ਥੋੜਾ ਜਿਹਾ ਪੈਸਾ ਆ ਜਾਏ, ਕਹਿੰਦੇ ਇਹਦੇ ਦਿਮਾਗ ਨੂੰ ਤਾਂ ਐਨਸਗਿਰੀ ਚੜੀ ਰਹਿੰਦੀ ਹੈ, ਜਿਸ ਨੂੰ ਕਲਗੀਧਰ ਸੱਚੇ ਪਾਤਸ਼ਾਹ ਆਪਣੇ ਬਚਨਾਂ 'ਚ ਕਹਿੰਦੇ ਹਨ, ਕਹਿੰਦੇ ਏਕ ਜੋਬਨ ਦੂਸਰਾ ਮਦਰਾ, ਤੀਜਾ ਹੈ ਧਮ ਧਾਮ। ਕਹਿੰਦੇ ਪਾਪ ਕਰਨ ਤੇ ਕਿਉਂ ਬਚੇ ਬਚਾਵੇ ਰਾਮ। ਕਹਿੰਦੇ ਜਵਾਨੀ ਹੋਵੇ, ਪੈਸਾ ਹੋਵੇ, ਕਹਿੰਦੇ ਫਿਰ ਤਾਂ ਇਨਸਾਨ ਪਾਪ ਹੀ ਕਰਦਾ ਹੈ। ਕਹਿੰਦੇ ਜਿਹੜਾ ਕੋਈ ਇਨਸਾਨ ਜਵਾਨੀ ਦੇ ਵਿੱਚ ਪਾਪਾਂ ਤੋਂ ਬਚ ਜਾਂਦਾ ਨਾ, ਮੈਂ ਬੇਨਤੀ ਕਰਾਂ ਸਤਸੰਗੀ ਜਨੋ, ਸੇਖ ਸਾਦੀ ਸਾਹਿਬ ਜੀ ਨੇ ਬੜੀ ਸੋਹਣੀ ਗੱਲ ਕਹੀ ਹੈ। ਕਹਿੰਦੇ ਜਿਹੜਾ ਇਨਸਾਨ ਜਵਾਨੀ ਦੇ ਵਿੱਚ ਔਗਣਾਂ ਤੋਂ ਤੋਬਾ ਕਰੇ, ਕਹਿੰਦੇ ਉਸਦੀ ਸੀਰਤ ਤਾਂ ਪੈਗੰਬਰਾਂ ਵਰਗੀ ਹੈ। ਪਰ ਕਹਿੰਦੇ ਜਿਹੜਾ ਬਜ਼ੁਰਗੀ ਦੇ ਵਿੱਚ ਆ ਕੇ ਕਹਿੰਦਾ ਮੈਂ ਬੁਰਾਈਆਂ ਛੱਡ ਦਿੱਤੀਆਂ, ਮੈਂ ਔਗਣ ਛੱਡ ਦਿੱਤੇ, ਤੇ ਉਹਨਾਂ ਨੇ ਉਦਾਹਰਣ ਪਤਾ ਕੀ ਦਿੱਤੀ ਹੈ? ਕਹਿੰਦੇ ਉਹ ਤਾਂ ਹਾਲਤ ਇਸ ਤਰ੍ਹਾਂ ਦੀ ਹੈ, ਕਹਿੰਦੇ ਜਿਵੇਂ ਬੁੱਢਾ ਸ਼ੇਰ ਇਹ ਗੱਲ ਕਹੇ ਕਿ ਐ ਭੇਡੋ, ਐ ਬੱਕਰੀਓ, ਮੈਂ ਤੁਹਾਨੂੰ ਪਕੜਨਾ ਛੱਡ ਦਿੱਤਾ। ਉਹ ਕਹਿੰਦੇ ਨਹੀਂ, ਕਹਿੰਦੇ ਅਸਲ ਦੇ ਵਿੱਚ ਬੁੱਢੇ ਸ਼ੇਰ ਤੋਂ ਕਹਿੰਦੇ ਬੱਕਰੀਆਂ ਪਕੜੀਆਂ ਹੀ ਨਹੀਂ ਜਾਂਦੀਆਂ। ਕਹਿੰਦੇ ਜਦੋਂ ਇਨਸਾਨ ਨੇ ਆ ਕੇ ਬੈਠਣਾ ਸੀ ਔਗਣਾ ਨੇ ਅੱਖਾਂ ਤੇ, ਕਹਿੰਦੇ ਔਗਣਾ ਨੇ ਆ ਕੇ ਬਹਿਣਾ ਸੀ ਰਸਨਾ ਤੇ, ਔਗਣਾ ਨੇ ਆ ਕੇ ਬਹਿਣਾ ਸੀ ਨਾਸਕਾ ਤੇ, ਔਗਣਾ ਨੇ ਆ ਕੇ ਇਹਨਾਂ ਇੰਦਰੀਆਂ ਤੇ ਬਹਿਣਾ ਸੀ। ਕਹਿੰਦੇ ਬਜ਼ੁਰਗੀ ਦੇ ਵਿੱਚ ਕਹਿੰਦੇ ਇਹ ਸਾਰੀਆਂ ਕਹਿੰਦੇ ਔਗਣਾ ਦੇ ਬੈਠਣ ਵਾਲੀਆਂ ਕੁਰਸੀਆਂ ਤਾਂ ਟੁੱਟੀਆਂ ਪਈਆਂ ਹਨ। ਤੇ ਕਹਿੰਦੇ ਬਜ਼ੁਰਗ ਇਨਸਾਨ ਇਹ ਕਹਿ ਦਿੰਦਾ ਮੈਂ ਔਗਣ ਕਰਨੇ ਛੱਡ ਦਿੱਤੇ ਹਨ। ਮੈਂ ਬੇਨਤੀ ਕਰਾਂ, ਇਸੇ ਗੱਲ ਨੂੰ ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਕਿਹਾ। ਕਹਿੰਦੇ ਅੰਨਾ ਬੋਲਾ ਪਿੰਗਲਾ, ਕਹਿੰਦੇ ਜਦੋਂ ਬਜ਼ੁਰਗ ਹੋਇਆ ਨਾ, ਕਹਿੰਦੇ ਇਹਦੀ ਹਾਲਤ ਪਤਾ ਕੀ ਹੈ? ਕਹਿੰਦੇ ਅੱਖਾਂ ਤੋਂ ਅੰਨਾ ਹੋ ਗਿਆ, ਦਿਖਦਾ ਨਹੀਂ, ਕਹਿੰਦੇ ਕੰਨਾਂ ਤੋਂ ਸੁਣਦਾ ਨਹੀਂ, ਬੋਲਾ ਅੰਨਾ ਬੋਲਾ ਪਿੰਗਲਾ, ਕਹਿੰਦੇ ਪੈਰ ਕੰਮ ਨਹੀਂ ਕਰਦੇ, ਕਹਿੰਦੇ ਪਿੰਗਲਾ ਚੱਲਣ ਤੋਂ ਅਸਮਰਥ ਹੋ ਗਿਆ। ਕਹਿੰਦੇ ਅੰਨਾ ਬੋਲਾ ਪਿੰਗਲਾ, ਅੱਗੇ ਪਤਾ ਕੀ ਬਚਣਾ ਕਿ ਕਹਿੰਦੇ ਤਨ ਥੱਕਾ ਮਨ ਦਹਿ ਦਿਸ ਜਾਏ। ਕਹਿੰਦੇ ਤਨ ਤਾਂ ਥੱਕ ਗਿਆ, ਪਰ ਕਹਿੰਦੇ ਮਨ ਫਿਰ ਦਸਾਂ ਦੀ ਸ਼ਾਮਾਂ ਦੇ ਵਿੱਚ ਭੱਜਿਆ ਫਿਰਦਾ। ਸਤਸੰਗੀ ਜਨੋ, ਇਸ ਕਰਕੇ ਭਾਈ ਗੁਰਦਾਸ ਜੀ ਨੇ ਜੋ ਬਚਨ ਆਖੇ, ਮੇਰੇ ਕਲਗੀਧਰ ਸੱਚੇ ਪਾਤਸ਼ਾਹ ਨੇ ਜਦੋਂ ਪਾਣੀ ਮੰਗਿਆ, ਨੌਜਵਾਨ ਬੱਚਾ ਪਾਣੀ ਲੈ ਕੇ ਆਇਆ, ਕਲਗੀਧਰ ਸੱਚੇ ਪਾਤਸ਼ਾਹ ਨੇ ਪੁੱਛਿਆ, ਉਹ ਕਹਿੰਦਾ ਸੱਚੇ ਪਾਤਸ਼ਾਹ ਕਦੀ ਮਾਂ-ਬਾਪ ਨੂੰ ਵੀ ਪਾਣੀ ਨਹੀਂ ਪਿਲਾਇਆ? ਕਹਿੰਦੇ ਜਦੋਂ ਉਸਨੇ ਕਿਹਾ ਨਾ ਮਾਂ-ਬਾਪ ਨੂੰ ਵੀ ਪਾਣੀ ਨਹੀਂ ਪਿਲਾਇਆ, ਕਲਗੀਧਰ ਸੱਚੇ ਪਾਤਸ਼ਾਹ ਨੇ ਪਤਾ ਕੀ ਕੀਤਾ? ਉਸਦੇ ਹੱਥ ਦੇ ਵਿੱਚੋਂ ਕਟੋਰਾ ਜਲ ਵਾਲਾ ਪਕੜਿਆ ਤੇ ਧਰਤੀ ਤੇ ਡੋਲ ਦਿੱਤਾ। ਕਹਿੰਦੇ ਜਦੋਂ ਧਰਤੀ ਤੇ ਡੋਲਿਆ, ਹੁਣ ਸੰਗਤ ਦੇ ਵਿੱਚ ਜਦੋਂ ਇੱਕ ਕਰਮ ਹੋਇਆ, ਉਹ ਨੌਜਵਾਨ ਬੱਚਾ ਤਾਂ ਬੜੀ ਸ਼ਰਮਿੰਦਗੀ ਮੰਨ ਗਿਆ। ਉਸਨੇ ਆਪਣੇ ਆਪ ਨੂੰ ਸੰਭਾਲਿਆ, ਕਹਿਣ ਲੱਗਾ ਸੱਚੇ ਪਾਤਸ਼ਾਹ ਕਿ ਜਦੋਂ ਆਪ ਜੀ ਨੇ ਆਵਾਜ਼ ਲਗਾਈ, ਤੁਹਾਡੇ ਲਫ਼ਜ਼ ਇਹ ਸਨ ਕਿ ਮੈਨੂੰ ਪਿਆਸ ਲੱਗੀ ਹੈ, ਪਾਣੀ ਲੈ ਕੇ ਆਵੋ। ਸੱਚੇ ਪਾਤਸ਼ਾਹ ਮੈਂ ਕਟੋਰਾ ਸਾਫ਼ ਕਰਕੇ ਮਾਂਜ ਕੇ ਲਿਆਇਆ, ਜਲ ਬੜਾ ਨਿਰਮਲ ਸੀ, ਤੁਸੀਂ ਪੀਤਾ ਕਿਉਂ ਨਹੀਂ? ਉੱਥੇ ਜੋ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਨੇ ਬਚਨ ਆਖੇ ਨਾ, ਭਾਈ ਸੰਤੋਖ ਸਿੰਘ ਜੀ ਨੇ ਕਲਮ ਬੰਦ ਕੀਤੇ ਹਨ। ਕਹਿੰਦੇ ਲਗੀ ਪਿਆਸ ਗੁਰੂ ਕੋ ਜਬ ਹੀ, ਕਹਿੰਦੇ ਜਦੋਂ ਗੁਰੂ ਨੂੰ ਪਿਆਸ ਲੱਗੀ, ਕਹਿੰਦੇ ਮੰਗ ਕਰੀ ਪਾਣੀ ਕੀ ਤਬ ਹੀ, ਕਹਿੰਦੇ ਲੇਕਰ ਆਇਓ ਸ਼ਾਹ ਕੁਮਾਰਾ ਸਤਸੰਗੀ ਜਨੋ, ਅਮੀਰ ਬੱਚਾ ਨੌਜਵਾਨ, ਕਹਿੰਦੇ ਲੇਕਰ ਆਇਓ ਸ਼ਾਹ ਕੁਮਾਰਾ, ਸ਼੍ਰੀ ਮੁਖ ਤੇ ਤਬ ਬਚਨ ਉਚਾਰਾ, ਕਹਿੰਦੇ ਮਾਏ ਬਾਪ ਕੀ ਸੇਵਨਾ ਕੀਨੀ ਤਾਂ ਤੇ ਖੱਪੇ ਨਾਹੇ ਮੋ ਪਾਣੀ। ਕਹਿੰਦੇ ਬੇਟਾ ਇੱਕ ਗੱਲ ਦਾ ਧਿਆਨ ਰੱਖੀ, ਜਿਹੜੇ ਹੱਥਾਂ ਨੇ ਕਦੀ ਮਾਂ ਬਾਪ ਨੂੰ ਪਾਣੀ ਨਹੀਂ ਪਿਲਾਇਆ,
ਕਹਿੰਦੇ ਉਹਨਾਂ ਹੱਥਾਂ ਤੋਂ ਮੈਂ ਪਾਣੀ ਪੀ ਲਵਾਂ, ਕਹਿੰਦੇ ਉਹ ਤਾਂ ਮੈਨੂੰ ਪਚੇਗਾ ਨਹੀਂ, ਉਹ ਤਾਂ ਮੈਨੂੰ ਖਪੇਗਾ ਨਹੀਂ। ਸਤਸੰਗੀ ਜਨੋ, ਇਸ ਕਰਕੇ ਮੈਂ ਬੇਨਤੀ ਕਰਾਂ ਸਤਸੰਗੀ ਜਨੋ, ਸਭ ਤੋਂ ਪਹਿਲਾ ਕਰਜ਼ਾ ਹੈ ਇਨਸਾਨ ਦਾ ਪਿਤਰੀ ਰਿਣ ਕੇ ਮਾਂ-ਬਾਪ ਦਾ ਕਰਜ਼ਾ। ਹੁਣ ਮੈਂ ਦੂਜੀ ਬੇਨਤੀ ਕਰ ਦੇਵਾਂ, ਜਿਉਂਦੇ ਜੀ ਤਾਂ ਮਾਂ-ਬਾਪ ਦੀ ਸਤਸੰਗੀ ਜਨੋ ਸਾਰ ਨਹੀਂ ਲਈ ਹੁੰਦੀ, ਤੇ ਜਦੋਂ ਮਾਂ-ਬਾਪ ਮਰ ਜਾਂਦੇ ਹਨ ਫਿਰ ਇਨਸਾਨ ਪਤਾ ਕੀ ਕਰਦਾ, ਜਿਹਨੂੰ ਗੁਰੂ ਸਾਹਿਬ ਨੇ ਬਾਣੀ ਚ ਕਹਿ ਦਿੱਤਾ, ਕਹਿੰਦੇ ਜੀਵਤ ਪਿਤਰ ਨਾ ਮਾਨੇ ਕੋ, ਕਹਿੰਦੇ ਮੂਏ ਸਾਧ ਕਰਾਈ। ਕਹਿੰਦੇ ਜਿਉਂਦੇ ਤਾਂ ਮਾਂ-ਬਾਪ ਦੀ ਸਾਰ ਨਹੀਂ ਲਈ, ਤੇ ਕਹਿੰਦੇ ਬਾਅਦ ਦੇ ਵਿੱਚ ਕਹਿੰਦੇ ਸਰਾਧ ਕਰਾਉਂਦੇ ਫਿਰਦੇ ਹੋ, ਵੱਡੇ ਵੱਡੇ ਅਖੰਡ ਪਾਠ ਸਾਹਿਬ ਰਖਾਉਂਦੇ ਫਿਰਦੇ ਹੋ, ਵੱਡੇ ਵੱਡੇ ਲੰਗਰ ਚਲਾਉਂਦੇ ਫਿਰਦੇ ਹੋ। ਤੇ ਸਤਸੰਗੀ ਜਨੋ, ਇਹ ਸਭ ਕੁਝ ਪਤਾ ਕਾਹਦੇ ਲਈ ਕੀਤਾ ਜਾਂਦਾ? ਆਪਣੀ ਨੱਕ ਰੱਖਣ ਦੇ ਵਾਸਤੇ। ਮੈਨੂੰ ਕਬੀਰ ਜੀ ਦੇ ਨੱਕ ਰੱਖਣ ਤੋਂ ਧਿਆਨ ਵਿੱਚ ਆ ਗਿਆ, ਕਬੀਰ ਜੀ ਨੇ ਇੱਕ ਬੜੇ ਸੋਹਣੇ ਬਚਨ ਆਖੇ ਹੋਏ ਹਨ ਆਪਣੇ ਬਚਨਾਂ 'ਚ। ਕਹਿੰਦੇ ਕਬੀਰ ਜੀ ਕਹਿੰਦੇ, ਇੱਕ ਵਾਰੀ ਮਾਇਆ ਮੈਨੂੰ ਛਲਣ ਦੇ ਵਾਸਤੇ ਆ ਗਈ। ਇਹ ਜਿਹੜੇ ਨੱਕ ਰੱਖਣ ਵਾਸਤੇ ਕਰਦੇ ਹਨ ਨਾ, ਇੱਕ ਗੱਲ ਦਾ ਮਨ ਸਮਝ ਲਿਆ ਕਰੋ, ਆਪਣੇ ਮਨ ਨੂੰ ਇੱਕ ਗੱਲ ਸਮਝਾ ਦਿਆ ਕਰੋ ਕਿ ਮਾਇਆ ਦਾ ਪੂਰਾ ਪ੍ਰਭਾਵ ਹੈ ਮੇਰੇ ਤੇ। ਜਿਹੜੀ ਇਨਸਾਨ ਕੁਛ ਨਾ ਕੁਛ ਬਸ ਆਪਣੀ ਸੰਗਤ ਦੇ ਵਿੱਚ, ਆਪਣੀ ਬਰਾਦਰੀ ਦੇ ਵਿੱਚ, ਆਪਣੇ ਇਲਾਕੇ ਦੇ ਵਿੱਚ ਸਿਰਫ ਇਹ ਚਾਹੁੰਦਾ ਸਾਡਾ ਨਾਮ ਬਣਿਆ ਰਹੇ। ਕਬੀਰ ਜੀ ਕਹਿੰਦੇ ਇੱਕ ਵਾਰੀ ਮਾਇਆ ਮੈਨੂੰ ਛਲਣ ਦੇ ਵਾਸਤੇ ਆ ਗਈ। ਕਹਿੰਦੇ ਮੈਂ ਪਤਾ ਕੀ ਕੀਤਾ, ਕਹਿੰਦੇ ਉਹਦੇ ਨੱਕ ਤੇ ਕੰਨ ਕੱਟ ਦਿੱਤੇ। ਜਿਹੜੇ ਤੁਹਾਡੇ ਵਰਗੇ ਪ੍ਰੇਮੀ ਸਨ, ਜਿਹੜੇ ਕਬੀਰ ਜੀ ਦੀ ਸੰਗਤ ਕਰਦੇ ਸਨ, ਉਹ ਕਹਿੰਦੇ ਭਗਤ ਜੀ ਤੁਸੀਂ ਬੜਾ ਉਪਦੇਸ਼ ਦਿੰਦੇ ਹੋ ਕਿ ਮਾਇਆ ਦੇ ਛਲ ਤੋਂ ਬਚ ਕੇ ਰਹੋ। ਜਿਹਨੂੰ ਗੁਰੂ ਸਾਹਿਬ ਨੇ ਕਹਿ ਦਿੱਤਾ, ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਚਲ। ਕਹਿੰਦੇ ਇਹ ਤਾਂ ਬਸ ਇੰਨੇ ਕੁ ਸਮੇਂ ਦੇ ਵਾਸਤੇ ਹੈ। ਕਹਿੰਦੇ ਕਬੀਰ ਜੀ ਨੂੰ ਪਿਆਰੇ ਕਹਿੰਦੇ ਕਿ ਜੀ ਤੁਸੀਂ ਕਹਿੰਦੇ ਹੋ ਮਾਇਆ ਦੇ ਛਲ ਤੋਂ ਬਚ ਕੇ ਰਹੋ, ਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਮਾਇਆ ਮੈਨੂੰ ਛਲਣ ਵਾਸਤੇ ਆ ਗਈ, ਮੈਂ ਉਹਦੇ ਨੱਕ ਤੇ ਕੰਨ ਕੱਟ ਦਿੱਤੇ। ਭਗਤ ਜੀ ਕਿਹੜਾ ਬੜਾ ਵੱਡਾ ਕੰਮ ਕਰ ਦਿੱਤਾ। ਕੱਟਣ ਲੱਗੇ ਸੀ ਤਾਂ ਹੱਥ ਕੱਟ ਦਿੰਦੇ ਨਾ, ਕਿਸੇ ਨੂੰ ਗ੍ਰਿਫਤ ਵਿੱਚ ਨਾ ਲੈਂਦੀ। ਕੱਟਣ ਲੱਗੇ ਸੀ ਪੈਰ ਹੀ ਕੱਟ ਦਿੰਦੇ, ਕਿਸੇ ਕੋਲ ਚੱਲ ਕੇ ਨਾ ਜਾਂਦੀ। ਕੱਟਣ ਲੱਗੇ ਸੀ ਤਾਂ ਗਲਾ ਹੀ ਕੱਟ ਦਿੰਦੇ, ਕੰਮ ਖਤਮ ਕਰਦੇ। ਕਬੀਰ ਜੀ ਮੁਸਕਰਾਏ, ਮੁਸਕਰਾ ਕੇ ਕਹਿੰਦੇ ਪਿਆਰਿਓ, ਕਹਿੰਦੇ ਨਾ ਮਾਇਆ ਦੇ ਹੱਥ ਹਨ, ਕਹਿੰਦੇ ਨਾ ਮਾਇਆ ਦੇ ਪੈਰ ਹਨ, ਨਾ ਮਾਇਆ ਦਾ ਗਲਾ ਹੈ, ਕਹਿੰਦੇ ਮਾਇਆ ਦੀਆਂ ਦੋ ਹੀ ਚੀਜ਼ਾਂ ਹਨ, ਨੱਕ ਤੇ ਕੰਨ। ਉਹ ਕਹਿੰਦੇ ਸਮਝੇ ਨਹੀਂ। ਕਹਿੰਦੇ ਬਸ ਇੱਕ ਗੱਲ ਦਾ ਧਿਆਨ ਰੱਖਣਾ ਕਿ ਮਾਇਆ ਜਿਸ ਤੇ ਵਿਆਪ ਗਈ, ਮੈਂ ਆਪ ਜੀ ਨੂੰ ਬੇਨਤੀ ਕਰਾਂ ਸਤਸੰਗ ਨੂੰ, ਮਾਇਆ ਮਾੜੀ ਨਹੀਂ ਹੈ, ਮਾਇਆ ਦਾ ਵਿਵਹਾਰ ਮਾੜਾ ਹੈ। ਮਾਇਆ ਸਵਰਗਾਂ ਨੂੰ ਵੀ ਲੈ ਜਾਂਦੀ ਹੈ, ਮਾਇਆ ਨਰਕਾਂ ਨੂੰ ਵੀ ਲੈ ਜਾਂਦੀ ਹੈ। ਜਦੋਂ ਇਨਸਾਨ ਦੇ ਕੋਲ ਮਾਇਆ ਹੈ, ਇਨਸਾਨ ਦਾ ਹਿਰਦਾ ਨਿਮਰਤਾ ਵਿੱਚ ਹੋਵੇ, ਉਹਦੇ ਅੰਦਰ ਗੁਰੂ ਦੇ ਬਚਨ ਟਿਕੇ ਹੋਏ ਹੋਣ, ਬਾਣੀ ਦੇ ਮੁਤਾਬਕ ਉਹਦਾ ਜੀਵਨ ਹੋਵੇ ਸਤਸੰਗੀ ਜਨੋ, ਉਹ ਸਵਰਗਾਂ ਨੂੰ ਵੀ ਲੈ ਜਾਂਦੀ ਹੈ। ਹੁਣ ਜਿੰਨੀ ਮਾਇਆ ਰਾਜੇ ਜਨਕ ਕੋਲ ਸੀ ਨਾ, ਜਦੋਂ ਕਦੀ ਮਾਇਆ ਦਾ ਪ੍ਰਸੰਗ ਚੱਲੇ ਨਾ, ਫਿਰ ਤੁਹਾਡੇ ਵਰਗੇ ਕਈ ਪ੍ਰੇਮੀ ਪੁੱਛਦੇ ਹਨ ਜੀ ਫਿਰ ਮਾਇਆ ਹੋਣੀ ਨਹੀਂ ਚਾਹੀਦੀ, ਫਿਰ ਅਸੀਂ ਮਾਇਆ ਮੰਗੀਏ ਨਾ। ਜਦੋਂ ਕਦੀ ਇਹ ਪ੍ਰਸੰਗ ਚੱਲੇ ਕਿ ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ, ਫਿਰ ਉਹ ਕਹਿੰਦੇ ਜੀ ਬਿਲਕੁਲ ਕੁਛ ਨਾ ਮੰਗੀਏ। ਨਹੀਂ ਸਤਸੰਗੀ ਜਨੋ, ਮੰਗੋ ਵੀ, ਮੈਂ ਬੇਨਤੀ ਕਰਾਂ। ਅਗਲਾ ਕਹਿੰਦੇ ਜੀ ਕੀ ਮੰਗੀਏ? ਦਾਸ ਪਤਾ ਕੀ ਕਿਆ ਕਰਦਾ, ਗੁਰੂ ਦੇ ਕੋਲੋਂ ਇਹ ਮੰਗੋ ਕਿ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਰਾਜੇ ਜਨਕ ਵਰਗਾ ਬਣਾ ਦਿਓ। ਜਿਹੜਾ ਰਾਜਾ ਜਨਕ ਸੀ ਨਾ, ਜਿਹਦੇ ਵਾਸਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਹਾ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਮੈਂ ਬੇਨਤੀ ਕਰਾਂ ਸਤਸੰਗੀ ਨੂੰ, ਬਸ ਮਾਇਆ ਦੇ ਵਿੱਚ ਇਨਸਾਨ ਖੱਚਤ ਨਾ ਹੋਵੇ, ਮਾਇਆ ਦੇ ਵਿੱਚ ਲੇਪ ਨਾ ਹੋਵੇ। ਮਾਇਆ ਆਵੇ ਜ਼ਿਆਦਾ ਖੁਸ਼ ਨਾ ਹੋਵੇ, ਮਾਇਆ ਜਾਵੇ ਜ਼ਿਆਦਾ ਦੁਖੀ ਨਾ ਹੋਵੇ। ਪਰ ਸਾਡੀ ਹਾਲਤ ਕੀ ਹੈ? ਜਿਹਨੂੰ ਗੁਰੂ ਸਾਹਿਬ ਕਹਿੰਦੇ ਮਾਟੀ ਕੋ ਪੁੱਤਰਾ कैसे नचत है, देखै देखै सुनै बोलै दौड़ियो फिरता है। हुण ओही गल कह दी, कहंदे जब किछ पावे तब गर्व करता है, माया गई तब रोवन लगता है। कहंदे जदों कुछ जांदा ए रोंदा है, कहंदे जदों कुछ आंदा ते हंकार करदा कि मेरी मेहनत नूं फल लग्या। कहंदे बस आ अवस्था नहीं होनी चाहिए। कहंदे जदों तेरी मेहनत नूं फल लगे, तू गुरु दा रब दा शुक्र कर कि परमात्मा, मैं बेनती करा सतसंगी जनों, हर गुरु ग्रंथ साहिब जी दे अंदर जिथे भी राग शुरू हुंदा, एक ओंकार सतगुर प्रसाद आंदा। ਉਹ ਗੁਰਪ੍ਰਸਾਦ ਪਤਾ ਕੀ ਹੈ? ਬਸ ਗੁਰੂ ਦੀ ਕਿਰਪਾ। ਇੱਕ ਗੱਲ ਦਾ ਧਿਆਨ ਰੱਖਣਾ, ਸਾਡੀ ਮਿਹਨਤ ਉਨੀ ਦੇਰ ਹੀ ਸਤਸੰਗੀ ਨੂੰ ਫਲੀਭੂਤ ਹੈ ਜਿੰਨੀ ਦੇਰ ਗੁਰੂ ਦਾ ਪ੍ਰਸਾਦ ਵਰਤ ਰਿਹਾ ਹੈ। ਉਨੀ ਦੇਰ ਇਹ ਸਭ ਕੁਝ ਸਾਡੇ ਕੋਲ ਖੇੜਾ ਹੈ ਜਿੰਨੀ ਦੇਰ ਗੁਰੂ ਦਾ ਪ੍ਰਸਾਦ ਹੈ। ਜਿੱਦਣ ਗੁਰੂ ਦਾ ਪ੍ਰਸਾਦ ਦੇ ਅਰਥ ਪਤਾ ਕੀ ਹਨ? ਮੈਂ ਇਹ ਵੀ ਬੇਨਤੀ ਕਰ ਦੇਵਾਂ, ਇੱਕ ਤਾਂ ਆਪਾਂ ਨੂੰ ਕੜਾਹ ਪ੍ਰਸ਼ਾਦ ਮਿਲਦਾ ਹੈ, ਇਹ ਵੀ ਲੈ ਕੇ ਜਾਇਆ ਕਰੋ। ਪਰ ਗੁਰੂ ਦਾ ਪ੍ਰਸਾਦ ਜਿਹੜਾ ਬਚਨਾਂ ਦੇ ਰਾਹੀਂ, ਪ੍ਰਸਾਦ ਦੇ ਅਰਥ ਹਨ ਕਿਰਪਾ। ਸਤਸੰਗੀ ਜਨੋ, ਜਿਹੜੀ ਗੁਰੂ ਦੀ ਕਿਰਪਾ ਬਚਨਾਂ ਦੇ ਰਾਹੀਂ, ਕੀਰਤਨ ਦੇ ਰਾਹੀਂ, ਇਤਿਹਾਸ ਰਾਹੀਂ ਸਾਡੀ ਝੋਲੀ ਚ ਪੈਂਦੀ ਹੈ ਨਾ, ਉਹਨੂੰ ਵੀ ਪੱਲੇ ਬਨ ਕੇ ਲੈ ਕੇ ਜਾਇਆ ਕਰੋ। ਭਗਤ ਕਬੀਰ ਜੀ ਕਹਿੰਦੇ
मैं माया दे नक ते कंन कट दिते। वो कहंदे माया दी दो ही चीजां हन। वो कहंदे जी किवें? कहंदे जिहदे उस सिर दे उपर माया व्याप गई, कहंदे वो जेड़ा भी काम करेगा कहंदे नक रखण वास्ते करेगा। कहंदे उस तो बाद कहंदे फिर अपने कन्नां दे राहीं अपनी उपमा सुननी चाहेगा कि लोकी कहण बड़ा वड्डा मां बाप दा इन्हां ने श्राद्ध मनाया, बड़ा वड्डा अखंड पाठ साहब, बड़े वड्डे बड़ा अच्छा लंगर लवाया। इस करके भगत कबीर जी कहंदे मैं की कीता? कहंदे नक ते कंन कट दिते। मैं बेनती कर रहा सी सत्संगी जनों, बस एक गल दा ध्यान रखना कि जीवत पितर ना माने को मुए साध कराई। ਤੁਹਾਡੇ इन्हां देशां दे विच तां सत्संगी जनों बड़े बने हुए हैं जिथे बजुर्गों को सांभिया जाता है, पर हिंदुस्तान की धरती ते भी अज बिरध आश्रम बन रहे हैं। जेड़े बनाते हैं उन्हां दे चरणां ते तां नमस्कार है, पर जिन्हां दे मां बाप सत्संगी जनों बिरध आश्रमां दे विच पलदे हैं, मैं बेनती करां उन्हां बच्चों नूं हत्थ जोड़ के बेनती है कि मां बाप ने किवें किवें तुहाडी सेवा कीती, किवें किवें तुहाडी पालना पोषणा कीती, अपने पेट नूं गंढां दे के तुहानूं उन्हां ने जीवन दिता, पढ़ाइयां दित्तियां। पहला करजा इंसान दे सिर ते है मां बाप दा करजा। दूजा करजा सत्संगी जनों यह करजा तां उतरेगा जिन्नी मां बाप ने सेवा की वो तो दुगनी तिगनी सेवा करे। दूजा करजा सत्संगी जनों देव ऋण के देवतियां दा करजा। हुण मैं आप जी एक बेनती कर देवां, सिख जगत देवतियां नूं नहीं मनदा ते दास भी नहीं मनदा, क्योंकि कलगीधर सच्चे पातशाह ने कह दिता जागत जोत जपै निसबासर, एक बिना मन नैक न आनै, पूर्ण प्रेम प्रतीत सजै, बरत गोर मड़ी मठ भूल ना माने। कलगीधर सच्चे पातशाह दे बचन हैं। पर दूजे पासे हुण मैं बेनती करा सत्संगी नो, कदी सोचिया देवता दे अंदर की गुण हुंदे हन? देवता किहनूं कहंदे हन? गुरु गोबिंद सिंह जी ने एक बचन आखे हुए हैं, कहंदे साध कर्म जे पुरख कमावै, नाम देवता जगत कहावै। कहंदे कोई इंसान मनुखा जीवन जिसनों मिल गया, कहंदे वो साधे हुए कर्म शुभ कर्म करदा है। कहंदे जिहड़े परिवार नूं चंगे लगदे, समाज नूं चंगे लगदे, गुरु नूं चंगे लगदे, रब नूं चंगे लगदे, कहंदे जिहड़ा इंसान इस तरह दे कर्म करदा ना, कहंदे उहनूं लोकी देवता कहना शुरू कर दिंदे हन। पर अगली पंक्ति च कलगीधर सच्चे पातशाह कहंदे कुकिरत कर्म जे जग में कर ही, नाम असुर तिन को सब तर ही। कहंदे कोई संसार च आके बुरे कर्म करदा है, कहंदे लोकी उहनूं असुर राक्षस दैंत कहना शुरू कर दिंदे हन। सत्संगी जनों मैं बेनती कर रहा सीगा देवता किहनूं कहंदे हन, एक गल दा ध्यान रखना, देवते दे विच चार गुण हुंदे हन। चार गुण सत्संगी जनों ਉਹ ਤੁਸੀਂ भी बन सकते हो। पहला गुण ਉਹਦੇ ਵਿੱਚ ਕਿਹੜਾ ਹੀ ਹੈ? देवता दिंदा है सत्संगी जनों। दूजी गल देण लगे वितकरा नहीं करदा। तीजी गल सत्संगी जनों दे के वापस लैण दी इच्छा नहीं रखदा। चौथी गल दे के पछतांदा नहीं है। पहली गल तां साडे अंदर देण दी समर्था ही बड़ी घट है, ते दूजी गल जे दिन्ने तां भी वितकरा कर जाने सत्संगी जनों। तीजी गल है कि दे के फिर आप वापस लैण दी भी इच्छा रखते हैं। असीं कहने असीं किसी नूं सत्कार दिता, सानूं भी सत्कार मिलना चाहिए। जेकर सनातन धर्म ने यह गल कह दी सत्संगी जनों कि सूरज देवता है, क्योंकि उहदे विच ये चार गुण हैं।